ਨਾਜਾਇਜ਼ ਕਬਜ਼ੇ ਵਿਰੁੱਧ ਆਰਟੀ ਐਕਟਿਵਿਸਟ ਵੱਲੋਂ ਡੀ ਜ਼ੋਨ ਦੇ ਬਾਹਰ ਧਰਨਾ ਲਗਾਇਆ ਗਿਆ ਸੀ। ਖਬਰ ਡੇਲੀ ਪਲੱਸ ਦੀ ਟੀਮ ਮੌਕੇ ਤੇ ਪਹੁੰਚ ਕੇ कार्रवाई करवाई। सुखी बुट्टर की खास रिपोर्ट लुधियाने तो। हाँ जी सर, किस वास्ते धरना लाया? मेरा नाम सतपाल शर्मा है जी और मैं आरटी एक्टिविस्ट ते सोशल वर्कर हाँ। पिछले 14 साल तो तकरीबन मेरा कारपोरेशन के नाल अलग अलग मसलों के उपर वास्ता पैंदा रहा है, महल्ले के तौर पर, फिर लोगों के समस्यावां के तौर पर, मेरिया अपनिया समस्यावां के तौर पर। पर ये देखने च आया है कि कारपोरेशन कारपोरेशन जी है लोगों के लिए लोकल गवर्नमेंट डिपार्टमेंट के तौर पर काम करती है भी ये जोड़े समाज के लोग विच रहिंदे ने उन्होंने इंफ्रास्ट्रक्चर देना, उन्होंने सुविधावां देनियां, पर एक कर परेशान बन गई है। और हमेशा ये 14 सालों ही होंदा रहा है भी मतलब ये हेरा फेरियां दे नाल जिहड़ा शिकायतकर्ता नूं इंसाफ नहीं मिलता, उसकी बजाय जिहदे विरुद्ध शिकायत होंदी आ उन्होंने मतलब पैटरनाइज करके ਉਹਦਾ ਮੇਨ ਕਾਰਨ ਜਿਹੜਾ ਹੈਗਾ ਉਹ ਕਰਪਸ਼ਨ ਆ। ਤੁਹਾਡੀ ਸਮੱਸਿਆ ਕੀ ਸੀਗੀ? ਮੇਰੀ ਸਭ ਤੋਂ ਪਹਿਲੀ ਸਮੱਸਿਆ ਤਾਂ ਸੀਗੀ ਜੀ ਮਹੱਲੇ ਦੀ, ਜਿਹਦੇ ਪਿੱਛੇ ਜਦੋਂ ਆਰਟੀਆਈ ਲਗਾਈ ਗਈ, ਸਰਕਾਰ ਦਾ ਕਬਜ਼ਾ ਕੀਤਾ ਸਰਕਾਰੀ ਜ਼ਮੀਨਾਂ ਦੇ ਉੱਪਰ ਲੋਕਾਂ ਨੇ ਆਪਣੇ ਸ਼ੋਰੂਮ ਬਣਾਏ ਹੋਏ ਸੀ। ਉਹਦੇ ਬਾਰੇ ਮੈਂ ਵੈਰੀਫਿਕੇਸ਼ਨ ਲਈ ਲਿਖਿਆ ਵੀ ਆਹ ਏਰੀਆ ਜਿਹੜਾ ਇਹਨੂੰ ਵੈਰੀਫਾਈ ਕਰੋ ਵੀ ਇਹ ਸਰਕਾਰੀ ਜ਼ਮੀਨ ਦੇ ਉੱਪਰ ਬਣੀ ਹੋਈ ਆ ਕਿ ਨਹੀਂ। ਇਹਨਾਂ ਨੇ ਉਹਨੂੰ ਲੀਕ ਕਰਤੀ। ਉਸ ਬੰਦੇ ਨੇ ਮੇਰੇ ਤੇ 2015 ਚ ਮੇਰੇ ਤੇ ਅਟੈਕ ਕੀਤਾ और ਉਹਦੇ 'ਚ ਪੁਲਿਸ ਨੇ ਵੀ ਮੈਨੂੰ ਕੋਈ ਇਨਸਾਫ नहीं ਦਿੱਤਾ ਤੇ ਇਹਨਾਂ ਨੇ ਉਸ ਬੰਦੇ ਦੇ ਨਾਲ ਮਿਲ ਕੇ ਸਾਰਾ ਜਿਹੜਾ ਸੀ ਮੇਰੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਇਲਾਵਾ ਫਿਰ ਹੁਣ ਲੇਟੈਸਟ ਐਕਚੁਅਲੀ ਇਹ ਹੈ ਵੀ ਪਿਛਲੇ 4 ਸਾਲ ਤੋਂ ਮੈਂ ਇੱਕ ਪਲਾਟ ਲਿਆ ਹੋਇਆ ਹੈ, ਜਿਹੜੀ ਕਾਉਂਸਲਰ ਹੈ ਹੈਬੋਵਾਲ ਤੋਂ ਟੂਰ, ਉਹਦੇ ਸਹੁਰੇ ਤੋਂ ਲਿੱਤਾ ਸੀ। ਉਹਨਾਂ ਨੇ ਮਤਲਬ ਬਾਅਦ 'ਚ ਰੇਟ ਵੱਧ ਗਏ ਤੇ ਮੇਰੇ ਉਸ ਪਲਾਟ 'ਤੇ ਕਬਜ਼ਾ ਕਰ ਲਿਆ, ਜਿਹਦੀ ਇਨਕੁਆਇਰੀ ਜਿਹੜੀ 2 IPS ਅਫਸਰਾਂ ਵੱਲੋਂ ਹੋ ਕੇ ਉਹਨਾਂ 'ਤੇ ਪਰਚਾ ਦਰਜ ਹੋਇਆ ਔਰ ਉਹ ਪਰਚਾ ਹਾਲੇ ਚੱਲ ਰਿਹਾ ਹੈ। ਉਹਦੀ ਮਤਲਬ ਪੈਸੇ ਪੂਸੇ ਖਵਾ ਕੇ ਲੋਅਰ ਕੋਰਟ 'ਚ ਬਰੀ ਹੋ ਗਏ, ਪਰ ਸੈਸ਼ਨ ਦੇ ਪਰਚਾ ਚੱਲਦਾ ਕਿਉਂਕਿ ਜਿਹੜਾ IO ਸੀ ਉਹ ਹੀ ਨਹੀਂ ਪੇਸ਼ ਹੋਇਆ। ਉਸ ਤੋਂ ਬਾਅਦ ਲੇਟ ਇਸ ਤਰ੍ਹਾਂ ਚੱਲਦੇ ਚਲਾਉਂਦੇ ਪਿੱਛੇ ਜੇ ਫਿਰ ਮੇਰੇ ਉਸ ਪਲਾਟ ਦੇ ਉੱਪਰ ਕਾਰਪੋਰੇਸ਼ਨ ਦੇ ਬੰਦਿਆਂ ਨਾਲ ਮਿਲ ਕੇ ਉੱਥੇ ਟਾਇਲਟ ਸਰਕਾਰ ਦਿੱਤੀਆਂ ਗਈਆਂ। ਉਹਦੇ ਲਈ ਮੈਨੂੰ ਲੜਨਾ ਪਿਆ ਔਰ ਕਮਿਸ਼ਨਰ ਸੀ ਉਦੋਂ ਮੈਡਮ ਕਮਲਜੀਤ ਕੌਰ, ਉਹ ਕਹਿੰਦੀ ਜੀ ਮੈਂ ਕੁਝ ਨਹੀਂ ਕਰ ਸਕਦੀ। ਮੈਂ ਕਿਹਾ ਕੀ ਗੱਲ, ਇੱਕ ਕਾਉਂਸਲਰ ਦੇ ਅੱਗੇ ਤੁਸੀਂ ਆਪਣਾ ਪੈਨ ਵੇਚਤਾ ਤੇ ਫਿਰ ਬਾਕੀ ਇਨਸਾਫ ਕੌਣ ਕਰੂਗਾ? ਕਹਿੰਦੀ ਜੀ ਜਾਓ ਜਿੱਥੇ ਮਰਜ਼ੀ ਕਰੋ, ਮੈਂ ਕੁਝ ਨਹੀਂ ਕਰਨਾ। ਤੇ ਫਿਰ ਉਹ ਮਾਮਲਾ ਪ੍ਰਾਈਮ ਮਿਨਿਸਟਰ ਤੱਕ ਟੇਪ ਕੀਤਾ ਤੇ ਉਹਦੇ 'ਚ ਵੀ ਪਹਿਲਾਂ ਝੂਠੀਆਂ ਰਿਪੋਰਟਾਂ ਬਣੀਆਂ, ਫਿਰ ਬਾਅਦ ਦੇ ਵਿੱਚ ਉਹ ਰਿਮੂਵ ਹੋਇਆ। ਉਸ ਤੋਂ ਬਾਅਦ ਫਿਰ ਪਾਂਡੇ ਸਾਹਿਬ, ਰਕੇਸ਼ ਪਾਂਡੇ, ਉਹਨਾਂ ਨੇ ਰਕੇਸ਼ ਪਾਂਡੇ ਦੇ ਮੁੰਡੇ ਨੂੰ ਵਿੱਚ ਹਿੱਸੇਦਾਰ ਬਣਾ ਕੇ ਜਾਲੀ ਸਰਟੀਫਿਕੇਟ ਦੇ ਕੇ, ਮੇਰੇ ਕੋਲ ਰਿਕਾਰਡ ਆ ਵੀ ਇੰਡੀਅਨ ਆਇਲ ਵਾਲੇ ਕਹਿੰਦੇ ਜੀ ਸਾਰੇ ਜਿਹੜੇ ਮਾਲਕ ਆ ਉਹਨਾਂ ਨੇ NOC ਦਿੱਤਾ, ਜਦਕਿ ਮੈਂ ਉਹਦੇ ਕੋਈ NOC ਨਹੀਂ ਦਿੱਤਾ। ਤੇ ਮੈਂ ਬਾਅਦ 'ਚ ਜਦੋਂ RTI 'ਚ ਕਾਗਜ਼ ਲਏ ਤੇ ਉਹਦੇ 'ਚ ਜਿਹੜੀ ਫਰਦ ਲਾਈ ਹੋਈ ਆ ਉਹ 'ਚ ਹੀ ਮੇਰਾ ਨਾਂ ਗਾਇਬ ਕੀਤਾ ਹੈ। ਉਹਦੇ ਕਰਕੇ ਜਿਹੜਾ ਸੀ ਉਹਦੀ ਕਰਦੇ ਰਹੇ। ਹੁਣ ਲੇਟੈਸਟ ਹੋਇਆ ਵੀ ਉੱਥੇ ਕੰਸਟਰਕਸ਼ਨ ਕਰ ਲਿੱਤੀ ਗਈ। ਕੰਸਟਰਕਸ਼ਨ 2018 ਮਤਲਬ 21 ਦੇ ਵਿੱਚ ਉਹਦਾ ਫਰਵਰੀ 'ਚ ਮੈਂ ਪੁਆਇੰਟ ਆਊਟ ਕੀਤਾ ਔਰ ਇਹਨਾਂ ਨੇ ਝੂਠੀ ਰਿਪੋਰਟ ਬਣਾਤੀ ਵੀ ਇਹ ਜਿਹੜੀ ਕੰਸਟਰਕਸ਼ਨ ਹੈ ਜੀ ਇਹ ਪੁਰਾਣੀ ਹੈ। ਜਦੋਂ ਮੈਂ ਦੁਬਾਰਾ ਲਿਖ ਕੇ ਭੇਜਿਆ ਉਹ 'ਤੇ ਆਰਡਰ ਕੀਤੇ ਗਏ 15 ਸਾਹਿਬ ਨੂੰ, ਤੁਸੀਂ ਹੁਣੇ ਸੁਣਿਆ ਵੀ ਉਹਨੂੰ ਡਿਮੋਲਿਸ਼ ਕਰ ਦਿਓ। 11ਵੇਂ ਮਹੀਨੇ ਦੇ ਆਰਡਰ ਨੇ, ਪਿਛਲੇ ਦੇ ਆਰਡਰ ਹੋ ਜਾਂਦੇ ਆ, ਅੱਗੇ ਇੰਪਲੀਮੈਂਟ ਨਹੀਂ ਹੁੰਦੇ। ਤੇ ਜੇ ਇੰਸਪੈਕਟਰ ਇੰਪਲੀਮੈਂਟ ਨਹੀਂ ਕਰਦਾ ਤੇ ਐਕਸ਼ਨ ਕਿਤੇ ਹੋਣਾ ਚਾਹੀਦਾ, ਜਾਂ ਤਾਂ ਉਸ 'ਤੇ ਜਿਹੜਾ ਅਫਸਰ ਆਰਡਰ ਕਰਦਾ ਜਾਂ ਫਿਰ ਕਮਿਸ਼ਨਰ ਸਾਹਿਬ ਦੇਖਣ ਜਾਂ ਉੱਪਰ ਮਿਨਿਸਟਰ ਦੇਖਣਗੇ। ਅਸੀਂ ਹੁਣ ਉੱਥੇ ਤੱਕ ਵੀ ਜਾਵਾਂਗੇ ਔਰ ਉਸ ਆਰਡਰਾਂ ਦੇ ਇੰਪਲੀਮੈਂਟੇਸ਼ਨ ਨਾ ਹੋਣ ਕਰਕੇ ਜਿਹੜੀ ਹੁਣ ਕਹਿ ਕੇ ਗਿਆ ਜੀ ਮੈਂ ਕਰਵਾ ਦੇਣਾ। ਪਰ ਮੇਰੀ ਇਹ ਆ ਵੀ ਉਹ ਸਾਰੀ ਜ਼ਮੀਨ ਦੇ ਉੱਪਰੋਂ ਜੋ ਕੁਝ ਵੀ ਉੱਥੇ ਇਲੀਗਲ ਐਕਟੀਵਿਟੀ ਚੱਲ ਰਹੀ ਆ, ਕਮਰਸ਼ੀਅਲ ਐਕਟੀਵਿਟੀ ਵੀ ਤੇ ਦੂਸਰੀ ਵੀ, ਉਹ ਸਾਰਾ ਸਾਫ਼ ਹੋਣਾ ਚਾਹੀਦਾ। ਜਿਹਦੇ ਬਾਰੇ ਇਹਨਾਂ ਦੇ ਆਰਡਰ ਜਿਹੜੇ ਆ 2017-18 'ਚ ਵੀ ਕੀਤੇ ਸੀ ਪਰ ਹੋਇਆ ਕੁਝ ਨਹੀਂ। ਸੋ ਉਹਦੇ ਸੰਬੰਧ 'ਚ ਅੱਜ ਇਹ ਧਰਨਾ ਲਗਾਇਆ ਗਿਆ ਵੀ ਤਾਂ ਕਿ ਜਿਹੜੇ ਮਾਫੀਆਜ਼ ਨੇ ਉਹਨਾਂ ਦਾ ਤੇ ਜਿਹੜਾ ਬਿਲਡਿੰਗ ਬ੍ਰਾਂਚ ਵਾਲਿਆਂ ਦਾ ਕਬਜ਼ਿਆਂ ਦਾ ਜਾਂ ਹੋਰ ਇਲੀਗਲ ਕੰਸਟਰਕਸ਼ਨ ਦਾ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਔਰ ਇਨਸਾਫ ਲਿੱਤਾ ਜਾ ਸਕੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਮੇਰੀ ਇਹ ਹੈ ਜੀ ਵੀ ਆਹੀ ਕਿ ਜਿਵੇਂ ਕਿਹਾ ਵੀ ਉੱਥੇ ਦੀ ਜਿਹੜੀ ਇਲੀਗਲ ਐਕਟੀਵਿਟੀ ਆ ਔਰ ਜਿਹੜਾ ਬਿਲਡਿੰਗ ਬ੍ਰਾਂਚ ਦੇ ਵਿੱਚ ਕਰਪਸ਼ਨ ਦਾ ਧੰਦਾ ਚੱਲ ਰਿਹਾ ਵੀ ਲੋਕਾਂ ਨੂੰ ਕੋਈ ਮਕਾਨ ਬਣਾ ਲਓ, ਉਹਨਾਂ ਤੋਂ ਪੈਸੇ ਕਾਜੋ। ਇਸ ਵੇਲੇ ਤਕਰੀਬਨ 8000 ਦੇ ਕਰੀਬ ਜੋ ਅਖਬਾਰਾਂ ਕਹਿੰਦੀਆਂ ਇਲੀਗਲ ਕੰਸਟਰਕਸ਼ਨ ਹੋਈ ਆ ਸਿਰਫ 2-3 ਮਹੀਨਿਆਂ ਦੇ ਵਿੱਚ, ਤੇ ਉਹਦੀ ਜ਼ਿੰਮੇਵਾਰੀ ਫਿਕਸ ਕਰਨ ਲਈ ਅਸੀਂ ਸਰਕਾਰ ਨੂੰ ਕਰਾਂਗੇ। ਔਰ ਜੇ ਇੱਥੋਂ ਕੋਈ ਹੱਲ ਨਾ ਨਿਕਲਿਆ ਤੇ ਹੁਣ ਇਹ ਜਿਹੜਾ ਧਰਨਾ ਹੈ ਅੱਗੇ ਚੰਡੀਗੜ੍ਹ ਜਾ ਕੇ ਪ੍ਰਿੰਸੀਪਲ ਸੈਕਟਰੀ ਦੇ ਤੇ ਮਿਨਿਸਟਰ ਦੇ ਦਫ਼ਤਰ 'ਚ ਲੱਗੇ। ਹਾਂਜੀ ਸਰ, ਅੱਜ 27 ਅਪ੍ਰੈਲ ਜ਼ੋਨ ਮਿਊਨਸੀਪਲ ਕਾਰਪੋਰੇਸ਼ਨ ਜ਼ੋਨ D ਦੇ ਵਿੱਚ ਆਰਟੀ ਐਕਟਿਵਿਸਟਾਂ ਨੇ
ਕਾਰਪੋਰੇਸ਼ਨ ਦੀਆਂ ਗਲਤ ਨੀਤੀਆਂ ਤੇ ਅੱਜ ਇਹ ਧਰਨਾ ਲਾਇਆ ਗਿਆ ਵਾ, ਜਿਹੜੀ ਕਿ ਨਾ ਤਾਂ ਸੂਚਨਾ ਸਹੀ ਸਮੇਂ ਸਿਰ ਦਿੱਤੀ ਜਾਂਦੀ ਹੈ, ਦੂਸਰਾ ਸੂਚਨਾ ਅਧਿਕਾਰ ਨੂੰ ਇਹਨਾਂ ਨੇ ਪੱਲਾ ਝਾੜ ਕੇ ਲੋਕਾਂ ਨੂੰ ਜਿਹੜੀ ਸੂਚਨਾ ਦਿੰਦੇ ਆ ਉਹਦੇ ਵਿੱਚ ਕਲੀਅਰ ਕੋਈ ਨਹੀਂ ਕਰਦੇ। ਦੂਜਾ ਸੂਚਨਾ ਅਧਿਕਾਰ ਦੇ ਵਿੱਚ ਪਹਿਲਾਂ 30 ਦਿਨ ਲੱਗਦੇ ਆ, ਉੱਤੋਂ ਫਸਟ ਅਪੀਲ ਦੇ 45 ਦਿਨ ਹੋਰ ਮਿਲ ਜਾਂਦੇ ਆ, 75 ਦਿਨ ਹੋ ਗਏ। ਉਸ ਤੋਂ ਬਾਅਦ ਸੈਕੰਡ ਅਪੀਲ ਵਿੱਚ ਸਟੇਟ ਇਨਫੋਰਮੇਸ਼ਨ ਕਮਿਸ਼ਨ ਚੰਡੀਗੜ੍ਹ ਵਿੱਚ ਜਿਹੜੇ ਕਮਿਸ਼ਨਰ ਨੂੰ ਦਿੱਤੀ ਜਾਂਦੀ ਆ, ਉਹ ਦਿਨ ਹੋ ਕੇ 90 ਦਿਨ ਹੁੰਦੇ ਆ। 90 ਦਿਨ ਦੇ ਬਾਅਦ ਲੰਪ ਸੰਪ 25,000 ਰੁਪਇਆ RTA ਕਾਨੂੰਨ 21(1) 'ਚ ਇਹਨਾਂ 'ਤੇ ਲਾਗੂ ਹੁੰਦਾ। ਲੇਕਿਨ ਇਹਨਾਂ ਦੀ ਕਾਰਪੋਰੇਸ਼ਨ ਦੀ ਮੇਨ ਥਿਊਰੀ ਕੀ ਆ, ਜਦੋਂ ਸਟੇਟ ਇਨਫੋਰਮੇਸ਼ਨ ਕਮਿਸ਼ਨ ਦਾ ਕੋਈ ਵੀ ਤਰੀਕ ਲੱਗਦੀ ਆ, ਜਦੋਂ ਤਰੀਕ ਆਉਂਦੀ ਆ ਤਾਂ ਅਣਜਾਣ ਆਦਮੀ ਉੱਥੇ ਭੇਜਦੇ ਆ, ਜਿਹੜਾ ਕਿ ਉਸ ਚੀਜ਼ ਨੂੰ ਜਿਹੜੀ ਸੂਚਨਾ ਉਹਨਾਂ ਨੇ ਮੰਗੀ ਹੁੰਦੀ ਆ, ਹੁਣ ਜਦੋਂ ਕਮਿਸ਼ਨਰ ਸਾਹਿਬ ਪੁੱਛਦੇ ਆ ਵੀ ਭਾਈ ਤੂੰ ਤਾਂ, ਉਹ ਕਹਿੰਦਾ ਮੈਨੂੰ ਜੀ ਕੁਝ ਨਹੀਂ ਪਤਾ, ਮੈਂ ਤਾਂ ਇੱਕ ਉੱਦਾਂ ਆਇਆ ਹਾਜ਼ਰੀ ਦੇਣ। ਦੂਜੇ ਆਦਮੀ ਕੋਈ ਜਾਂਦਾ, ਉਹਦੀ ਪਹਿਲਾਂ ਪੁੱਛਦੇ ਆ, ਹਾਂ ਵੀ ਤੂੰ ਕਿਹਦੀ ਐਪਲੀਕੈਂਟ ਦੀ ਤਰਫੋਂ ਆਇਆ, ਕਹਿੰਦਾ ਹਾਂ। ਤੈਨੂੰ ਕੋਈ ਪਾਵਰ ਆਫ ਅਟਾਰਨੀ ਦਿੱਤੀ ਆ, ਉਹ ਕਹਿੰਦਾ ਹਾਂ ਜੀ ਦਿੱਤੀ ਆ। ਇਹਨਾਂ ਨੂੰ ਕੋਈ ਪਾਵਰ ਆਫ ਅਟਾਰਨੀ ਨਹੀਂ ਹੁੰਦੀ, ਨਾ ਤਾਂ PIO ਨਾ APIO, ਕੋਈ ਵੀ ਨਹੀਂ ਉੱਥੇ ਪਹੁੰਚਦਾ। ਆਪਣੀ ਜਿਹਨਾਂ 'ਤੇ RTI ਕਾਨੂੰਨ ਲਾਗੂ ਹੁੰਦਾ ਵਾ, ਕੋਈ ਕਲਰਕ ਭੇਜ ਦਿੰਦੇ ਆ, ਕੋਈ ਦੂਜਾ ਆਦਮੀ ਭੇਜ ਦਿੰਦੇ ਆ, ਜਿਹਦੇ ਨਾਲ ਇਹ RTI ਕਾਨੂੰਨ ਦੀ ਜਿਹੜੀ ਵਿਵਸਥਾ ਵਾ ਉਹ ਮਿੱਟੀ ਕਰ ਦਿੱਤੀ ਗਈ ਆ। 1947 ਦੇ ਬਾਅਦ ਇੱਕ RTI ਕਾਨੂੰਨ ਐਸਾ ਜਿਹੜਾ ਪਬਲਿਕ ਨੂੰ ਦਿੱਤਾ ਗਿਆ, ਇੱਕ ਜਣੀ ਪਿਸਤੌਲ ਦਿੱਤਾ ਗਿਆ, ਪਿਸਤੌਲ 'ਚੋਂ ਗੋਲੀ ਕੱਢ ਲਈ ਗਈ ਪਹਿਲਾਂ ਹੀ RTI ਕਾਨੂੰਨ ਦੇ ਵਿੱਚ। ਹੁਣ ਇਹਦੇ ਵਿੱਚ ਇਹਨਾਂ ਨੇ ਪਹਿਲਾਂ 18(1) ਵਿੱਚ ਕੰਪਲੇਂਟ ਲੱਗਦੀ ਸੀ, 30 ਦਿਨਾਂ ਦੇ ਬਾਅਦ ਜਦੋਂ ਮਰਜ਼ੀ ਤੁਸੀਂ ਕੰਪਲੇਂਟ ਪਾ ਕੇ ਸਟੇਟ ਇਨਫੋਰਮੇਸ਼ਨ ਕਮਿਸ਼ਨ ਨੂੰ ਆਪਣਾ ਜ਼ਾਹਰ ਕਰ ਦਿੰਦੇ ਸੀ, ਸਾਨੂੰ ਸੂਚਨਾ ਦਿਲਾਓ। ਲੇਕਿਨ ਇਹਨਾਂ ਨੇ ਇੱਕ ਨਵਾਂ ਹੁਣ ਹੋਰ ਕਾਨੂੰਨ ਕਰਤਾ। ਪਹਿਲੇ ਫਸਟ ਅਪੀਲ ਬਹੁਤ ਜ਼ਰੂਰੀ ਕਰਤੀ। ਫਸਟ ਅਪੀਲ ਵਿੱਚ 45 ਦਿਨ ਐਕਸਟਰਾ ਮਿਲਦੇ ਆ, 45 ਤੇ 75 ਦਿਨ, ਪੂਰੇ 90 ਦਿਨ ਤਾਂ ਵੈਸੇ ਹੀ ਹੋ ਜਾਂਦੇ ਆ ਸੂਚਨਾ ਦੇਣ ਤੋਂ। 90 ਦਿਨਾਂ ਦੇ ਬਾਅਦ ਵੀ ਸਾਲ ਲੋਕ ਦੇ ਕੇਸ ਹਟ ਕੇ 3-4 ਮਹੀਨੇ ਦੇ ਬਾਅਦ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਚੰਡੀਗੜ੍ਹੋਂ ਉਹ 3 ਮਹੀਨੇ ਦਾ 2 ਮਹੀਨੇ ਦਾ ਸਮੇਂ ਦੇ ਰਹੇ ਆ, ਤਾਂ 25,000 ਰੁਪਈਆ ਤਾਂ 90 ਦਿਨ ਦੇ ਬਾਅਦ ਵੈਸੇ ਉਹਦਾ ਜੁਰਮਾਨਾ ਬਣਦਾ। ਦੂਜਾ, ਨਾ ਤਾਂ RTI ਐਕਟਿਵਿਸਟ ਨੂੰ ਕੋਈ ਕੰਪਨਸੇਸ਼ਨ ਦਿੱਤਾ ਜਾਂਦਾ, ਸਾਲ ਕੇਸ ਲੜਨ ਦੇ ਬਾਅਦ ਧੱਕੇ ਖਵਾਏ ਜਾਂਦੇ ਆ ਤਾਂ ਕਿ ਦੁਬਾਰਾ ਉਹ RTI ਲਾਵੇ ਨਾ। ਇਹ RTI ਕਾਨੂੰਨ ਦੀ ਰੱਖਿਆ ਕਰਨ ਲਈ ਅਤੇ ਇਹ 'ਤੇ ਪੂਰਾ ਕਾਰਿਆਕਰਮ ਕਰਾਉਣ ਲਈ ਮਿਊਨਸੀਪਲ ਕਾਰਪੋਰੇਸ਼ਨ ਜ਼ੋਨ D ਦੇ ਵਿੱਚ ਧਰਨਾ ਦਿੱਤਾ ਗਿਆ ਵਾ RTI ਐਕਟਿਵਿਸਟ ਵੱਲੋਂ, ਤਾਂ ਕਿ ਸਮੇਂ ਸਿਰ ਸਾਨੂੰ ਸੂਚਨਾ ਮਿਲੇ ਔਰ ਸਹੀ ਸੂਚਨਾ ਮਿਲੇ। ਸੂਚਨਾ ਛਪਾਈ ਜਾਂਦੀ ਹੈ, ਸੂਚਨਾ ਕਰਾਹੇ ਰਾਹੇ ਪਾ ਕੇ ਉਹਨੂੰ ਖਤਮ ਕੀਤਾ ਜਾਂਦਾ ਜਾਂ ਅਧੂਰੀ ਦਿੱਤੀ ਜਾਂਦੀ ਆ ਤਾਂ ਕਿ ਖਾਨਾ ਪੂਰੀ ਹੋ ਜਾਵੇ। ਮੈਂ ਪਿਛਲੇ 30 ਤਰੀਕ ਨੂੰ ਅਜੇ 22/4 ਨੂੰ ਵੀ ਸ਼ੋਕਾਜ਼ ਨੋਟਿਸ ਚਾਲੂ ਕਰਵਾਏ। ਸੂਚਨਾ ਦੇ ਵਿੱਚ ਸੂਚਨਾ ਅਜੇ ਵੀ ਨਹੀਂ ਮਿਲੀ। ਟਰਾਂਸਪੋਰਟ ਦੀ ਜਿਹੜੀਆਂ ਸਥਿਤੀਆਂ ਵਾ, ਇੱਥੇ ਦੀਆਂ ਸੜਕਾਂ ਦੇ ਵਿੱਚ ਐਡੇ ਖੱਡੇ ਟੋਏ ਆ ਕਿ ਬੰਦੇ ਮਰ ਜਾਂਦੇ ਆ। ਕਰੋੜਾਂ ਰੁਪਏ ਦੀ ਸੜਕਾਂ ਬਣਦੀਆਂ ਵਾ, ਲੇਕਿਨ ਇੱਕ ਮੋਬਲਲ ਦੇ ਵਿੱਚ ਬਜਰੀ ਪਾਈ ਹੁੰਦੀ ਹੈ, ਨਾ ਕਿ ਲੁੱਕ ਦੇ ਵਿੱਚ। ਉਸ ਤੋਂ ਬਾਅਦ ਉਹ ਬਜਰੀ ਖਿੱਲਰ ਜਾਂਦੀ ਆ, ਸਲਿੱਪ ਕਰਦਾ, ਬੰਦੇ ਮਰ ਜਾਂਦੇ ਆ। ਸਲਿੱਪ ਕਰਨ ਦੇ ਬਾਅਦ ਪਿੱਛੋਂ ਗੱਡੀ ਆਉਂਦੀ ਉੱਤੇ ਚੜ੍ਹ ਜਾਂਦੀ ਆ। ਕਸੂਰ ਗਿੰਦਿਆ ਜਾਂਦਾ, ਲਓ ਜੀ ਇਹਨੇ ਗੱਡੀ ਚੜ੍ਹਾਤੀ, ਚਾਹੇ ਟਰੱਕ ਵਾਲਾ ਚਾਹੇ ਕੋਈ। ਲੇਕਿਨ ਕਾਰਪੋਰੇਸ਼ਨ ਦੀ ਜਿਹੜੀ ਅਸਲੀ ਸਥਿਤੀ ਆ ਸੜਕਾਂ ਬਣਾਉਣ ਵਾਲੇ ਦੀ, ਠੇਕੇਦਾਰਾਂ ਦੀ ਜਾਂ ਮਿਲੀ ਭਗਤ ਨਾਲ, ਉਹ ਸੜਕਾਂ ਨੂੰ ਪੂਰੀ ਤਰ੍ਹਾਂ ਬਣਾਇਆ ਨਹੀਂ ਜਾਂਦਾ। ਜੇ ਪੈਚ ਵਰਕ ਲਾਇਆ ਜਾਂਦਾ, 2 ਜਗ੍ਹਾ ਲਾ ਜਾਂਦੇ, 2-3 ਜਗ੍ਹਾ ਛੱਡ ਜਾਂਦੇ ਆ। 13 ਆਦਮੀ ਪੈਚ ਵਰਕ ਉੱਤੇ ਕੰਮ ਕਰ ਰਹੇ ਆ, ਉਹਦੇ ਵਿੱਚ ਵੀ ਪੂਰਾ ਸਹੀ ਤਰੀਕੇ ਨਾਲ ਰੋਡ ਦੇ ਉੱਤੇ ਪੈਚ ਵਰਕ ਨਹੀਂ ਲੱਗਦੇ, ਜਿਹਦੇ ਨਾਲ ਕਿ ਬਹੁਤ ਐਕਸੀਡੈਂਟ ਹੁੰਦੇ ਆ। ਸਕੂਟਰ ਵਾਲਾ ਵਾ, ਸਾਈਕਲ ਵਾਲਾ ਵਾ, ਹਨੇਰੇ ਸਵੇਰੇ ਆਉਂਦਾ, ਪਿੱਛੇ ਬੱਚਾ ਪਿੱਛੇ ਬਿਠਾਇਆ ਹੁੰਦਾ, ਟੋਏ ਦੇ ਵਿੱਚੋਂ ਬੁੜਕਦਾ ਬੱਚਾ ਡਿੱਗ ਜਾਂਦਾ, ਚਾਹੇ ਲੇਡੀਜ਼ ਬੈਠੀ ਆ। ਸੋ ਇਹ ਅਧੂਰੇ ਜਿਹੜੇ ਕੰਮ ਆ, ਕਰੋੜਾਂ ਰੁਪਏ ਦਾ ਖਰਚਾ ਕਾਰਪੋਰੇਸ਼ਨ ਇਹ ਕਰ ਰਹੀ ਆ, ਲੇਕਿਨ ਕਿਹਨਾਂ 'ਤੇ ਕਰ ਰਹੀ ਆ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਸਫਾਈ ਦੀ ਤੁਸੀਂ ਵਿਵਸਥਾ ਲੈ ਲਓ, ਸਫਾਈ ਦੇ ਵਿੱਚ ਵੀ 50-50, 60-60, 70-70 ਆਦਮੀ ਸਫਾਈ ਕਰਮਚਾਰੀ ਲਾਏ ਹੋਏ ਆ, ਲੇਕਿਨ ਉਹਨਾਂ ਦੀ ਹਾਜ਼ਰੀ ਨਹੀਂ ਲੱਗਦੀਆਂ, ਉੱਥੇ ਕਾਰਵਾਈ ਪੂਰੀ ਨਹੀਂ ਹੁੰਦੀ। ਉੱਤੋਂ ਸਮਾਰਟ ਸਿਟੀ ਦੇ ਵਿੱਚ ਫੌਰਨ ਦਿੱਲੀੋਂ ਜਿਹੜੀ ਟੀਮ ਆਈ, ਉਹਨਾਂ ਨੂੰ ਸਰਾਭਾ ਨਗਰ ਦਿਖਾ ਕੇ ਤੋੜ ਦਿੰਦੇ ਆ। ਨਹਿਰ ਦੀ ਹਾਲਤ ਦੇਖੋ ਕਿੱਦਾਂ, ਕਚਰਾ ਉੱਥੇ ਵਿੱਚ ਪਿਆਇਆ ਜਾਂਦਾ ਵਾ, ਇੰਨੇ ਲਿਫਾਫੇ, ਇੰਨਾ ਗੰਦ, ਜਿੰਨੇ ਡੰਪ ਬਣਾਏ ਆ ਉਹਦੇ ਬਾਹਰ ਡੰਪ ਦੇ ਕੂੜਾ ਸੁੱਟਿਆ ਜਾਂਦਾ ਵਾ। ਕਰੋੜਾਂ ਲੱਖਾਂ ਰੁਪਏ ਲਾ ਕੇ ਇੰਨਾ ਖਰਚਾ ਕਰਨ ਦੇ ਬਾਅਦ ਸਾਰਾ ਇਹਨਾਂ ਨੇ ਮਿੱਟੀ ਕਰ ਦਿੱਤਾ। ਸੋ ਸਾਡਾ ਧਰਨੇ ਦਾ ਹੀ ਮਤਲਬ ਹੈ ਕਾਰਪੋਰੇਸ਼ਨ ਜਾਗਰੂਕ ਹੋਵੇ, ਆਪਣੇ ਸੂਝੂ ਕਾਰਿਆਂ ਉੱਤੇ ਜਿਹੜੇ ਕਾਰਜ ਇਹਨਾਂ ਨੂੰ ਸੌਂਪੇ ਗਏ ਆ, ਜਿਹਨਾਂ ਕੋਲੋਂ ਨਹੀਂ ਸੰਭਲਦੇ ਮਹਿਕਮੇ ਜ਼ਿਆਦਾ, ਤਾਂ ਮਹਿਕਮੇ ਅਲੱਗ ਇੱਕ ਟੀਮ ਬਣਾਈ ਜਾਵੇ। ਸੜਕਾਂ ਦਾ ਜਿਹੜਾ ਮਹਿਕਮਾ PW ਨੂੰ ਦਿੱਤਾ ਜਾਵੇ। ਇੰਨਾ ਕਹਿੰਦਾ ਹੋਇਆ
ਮੈਂ ਬੇਨਤੀ ਕਰਦਾ ਕਾਰਪੋਰੇਸ਼ਨ ਦੇ ਅਫਸਰਾਂ ਨੂੰ, ਕਮਿਸ਼ਨਰਾਂ ਨੂੰ ਔਰ ਜਿਹੜੇ ਅਧਿਕਾਰੀ ਆ, ਤਾਂ ਕਿ ਉਹ ਆਪਣਾ ਕਾਰਿਆ ਆਪਣੇ ਮਰਿਆਦਾ ਦੇ ਵਿੱਚ ਕਰਨ। ਮੁਨਸਿਪਲ ਕਾਰਪੋਰੇਸ਼ਨ ਐਕਟ 1976 ਦੇ ਤਹਿਤ ਜਿਹੜੇ ਵੀ ਕਾਰ ਤੇ ਇਹਨਾਂ ਦੇ ਅੰਡਰ ਪੈਂਦੀਆਂ ਉਹਦੇ ਤੇ ਕਾਰਵਾਈ ਕੀਤੀ ਜਾਵੇ। ਇਹਨੇ ਕਹਿੰਦਾ ਮੈਂ ਜੈ ਹਿੰਦ ਜੀ।